नमस्कार सत श्री अकाल आदाब वर्जियो दोस्तों। मैं सुरिंदर मचाकी ਤੁਹਾਡਾ स्वागत करता हाँ सुरिंदर मचाकी लैब परत दर परत विच। दोस्तों अज राजस्थान सरकार ने 8 घंटे दिहाड़ी नूं 12 घंटे करन दा जिहड़ा पिछले समय की नोटिफिकेशन कीता सी वो वापस ले लिया। इस तो पहला उत्तर प्रदेश सरकार भी वापस ले चुकी है और इस वापस लैण दे मुद्दे ते काम दी दिहाड़ी किन्ने घंटियां दी होवे, 8 दी होवे, 12 दी होवे जां फिर 6 दी होवे ते इहदा आधार की होवे। ਇਹਦੇ बारे बौद्धिक हलकिਆਂ ਦੇ ਵਿੱਚ ਤੇ ट्रेड यूनियन हलकिਆਂ ਦੇ ਵਿੱਚ ਪਹਿਲਾਂ ਤੋਂ ਚੱਲ ਰਹੀ ਜਿਹੜੀ ਬਹਿਸ ਹੈ ਉਹ ਕੁਝ ਹੋਰ ਤੇਜ਼ ਕਰ ਦਿੱਤੀ ਹੈ। ਬਹਿਸ ਦੇ ਦੋ ਕੇਂਦਰ ਬਣ ਕੇ ਉੱਭਰ ਰਹੇ ਨੇ, ਇੱਕ ਟ੍ਰੇਡ ਯੂਨੀਅਨ ਨਜ਼ਰੀਏ ਤੋਂ, ਮਜ਼ਦੂਰ ਜਮਾਤ ਦੇ ਨਜ਼ਰੀਏ ਤੋਂ, ਤੇ ਦੂਸਰਾ ਕਾਰਪੋਰੇਟ ਸੈਕਟਰ ਜਾਂ ਉਦਯੋਗਪਤੀ ਦੇ ਨਜ਼ਰੀਏ ਤੋਂ। 8 ਤੋਂ 12 ਘੰਟੇ ਕੰਮ ਦਿਹਾੜੀ ਵਧਾਉਣ ਦਾ ਜਿਹੜਾ ਫੈਸਲਾ ਸੀ ਉਹ ਕਾਰਪੋਰੇਟ ਉਦਯੋਗ ਤੇ ਉਹਦੀ ਨੁਮਾਇੰਦਾ ਕਰਦੀ ਪੋਲੀਟੀਕਲ ਕਲਾਸ ਔਰ ਕੇਂਦਰ ਸਰਕਾਰ ਜਾਂ ਰਾਜ ਸਰਕਾਰਾਂ ਦਾ ਫੈਸਲਾ ਸੀ। ਔਰ ਜਿਹੜੇ ਵਿਰੋਧਤਾ ਹੋ ਰਹੀ ਸੀ ਉਹ ਮਜ਼ਦੂਰ ਜਮਾਤ ਟ੍ਰੇਡ ਯੂਨੀਅਨਾਂ ਵੱਲੋਂ ਹੋ ਰਹੀ ਸੀ, ਕਿਉਂਕਿ ਟ੍ਰੇਡ ਯੂਨੀਅਨਾਂ ਮਹਿਸੂਸ ਕਰਦੀਆਂ ਨੇ, ਮਜ਼ਦੂਰ ਜਥੇਬੰਦੀਆਂ ਮਹਿਸੂਸ ਕਰਦੀਆਂ ਨੇ ਕਿ 8 ਘੰਟੇ ਜਿਹੜੀ ਡਿਊਟੀ ਦਿਹਾੜੀ ਫਿਕਸ ਕੀਤੀ ਹੈ ਸ਼ਿਕਾਗੋ ਦੇ ਸ਼ਹਾਦਤ ਤੋਂ ਬਾਅਦ ਇੱਕ ਲੰਬਾ ਅਰਸਾ, ਇੱਕ ਸ਼ਤਾਬਦੀ ਬੀਤ ਚੁੱਕੀ ਹੈ ਔਰ ਉਸ ਤੋਂ ਬਾਅਦ ਪੈਦਾਵਾਰ ਸਾਧਨਾਂ ਦੇ ਵਿੱਚ ਬਹੁਤ ਵੱਡੀ ਤਬਦੀਲੀ ਆਈ ਹੈ ਔਰ ਉਸ ਤਬਦੀਲੀ ਨੇ ਜੋ ਪੈਦਾਵਾਰ ਦੇ ਰਸਮੀ ਤੇ ਰਵਾਇਤੀ ਸੂਤਰ ਸੀ ਜਿਨ੍ਹਾਂ ਮੁਤਾਬਕ ਪੂੰਜੀ, ਸੰਦ ਤੇ ਕਿਰਤ, ਇਹਦੇ ਵਿੱਚੋਂ ਹੁਣ ਜਿਹੜੀ ਕਿਰਤ ਤੇ ਕਿਰਤੀ ਦੀ ਭੂਮਿਕਾ ਹੈ ਉਹ ਲਗਾਤਾਰ ਘਟਾਈ ਜਾ ਰਹੀ ਹੈ। ਪੂੰਜੀ ਨਾਲ ਤਕਨੀਕ ਦੀ ਭੂਮਿਕਾ ਵੱਧ ਰਹੀ ਹੈ ਔਰ ਤਕਨੀਕ ਦੀ ਵੱਧ ਰਹੀ ਵਰਤੋਂ ਨੇ ਪੈਦਾਵਾਰ ਦੇ ਵਿੱਚ ਕਾਫੀ ਵਾਧਾ ਕੀਤਾ ਔਰ ਜਿਸ ਹਿਸਾਬ ਨਾਲ ਪੈਦਾਵਾਰ 'ਚ ਵਾਧਾ ਹੋਇਆ ਉਸ ਹਿਸਾਬ ਨਾਲ ਮਜ਼ਦੂਰ ਜਮਾਤ ਨੂੰ ਉਹਦਾ ਲਾਹਾ ਉਜਰਤ ਪੱਖੋਂ ਜਾਂ ਆਰਾਮ ਪੱਖੋਂ ਨਹੀਂ ਮਿਲਿਆ ਔਰ ਇਹੋ ਕਾਰਨ ਹੈ ਕਿ ਮਜ਼ਦੂਰ ਜਮਾਤ ਇਹ ਮੰਗ ਕਰ ਰਹੀ ਹੈ ਕਿ ਇਸ ਦਾ ਲਾਹਾ ਉਸ ਨੂੰ ਵੀ ਮਿਲਣਾ ਚਾਹੀਦਾ ਉਜਰਤਾਂ ਦੇ ਵਾਧੇ ਦੇ ਰੂਪ ਦੇ ਵਿੱਚ, ਤੇ ਦੂਸਰਾ ਕੰਮ ਦਿਹਾੜੀ ਜਿਹੜੀ ਹੈ ਉਹ 8 ਤੋਂ ਘਟਾ ਕੇ 6 ਘੰਟੇ ਕਰਨ ਦੇ ਰੂਪ ਦੇ ਵਿੱਚ। ਔਰ ਉਹਨਾਂ ਦੇ ਮੰਗ ਦਾ ਆਧਾਰ ਇੱਕ ਇਹ ਵੀ ਹੈ ਕਿ ਜੋ ਬੇਕਾਰੀ ਇਸ ਵੇਲੇ ਸਭ ਤੋਂ ਵੱਡੀ ਸਮੱਸਿਆ ਬਣੀ ਹੋਈ ਹੈ, ਜੇ ਕੰਮ ਦਿਹਾੜੀ ਘਟਦੀ ਹੈ, ਛੁਟੇਰੀ ਹੁੰਦੀ ਹੈ ਤਾਂ ਉਸ ਸਮੱਸਿਆ ਨੂੰ ਨਜਿੱਠਣ ਲਈ ਯੋਗ ਆਧਾਰ ਮਿਲ ਜਾਂਦਾ। ਇਸ ਸੰਦਰਭ ਦੇ ਵਿੱਚ ਪਿਛਲੇ ਦਿਨੀ ਇੱਕ ਆਰਟੀਕਲ ਪੜ੍ਹਨ ਨੂੰ ਮਿਲਿਆ, ਰੋਜ਼ਾਨਾ ਨਵਾਂ ਜ਼ਮਾਨਾ ਹੀ ਛਪਿਆ, ਜਗਰੂਪ ਇਹਦੇ ਲੇਖਕ ਨੇ ਔਰ ਜਗਰੂਪ ਕਮਿਊਨਿਸਟ ਪਾਰਟੀ ਦੇ ਬੜੇ ਵੱਡੇ ਆਗੂ ਨੇ। ਟ੍ਰੇਡ ਯੂਨੀਅਨ ਫਰੰਟ ਤੋਂ ਇਲਾਵਾ ਵੱਖ-ਵੱਖ ਫਰੰਟ 'ਤੇ ਕੰਮ ਕਰ ਰਹੇ ਨੇ। ਪੰਜਾਬ ਦੇ ਵਿੱਚ ਰੁਜ਼ਗਾਰ ਪ੍ਰਾਪਤੀ ਚੇਤਨਾ ਮੁਹਿੰਮ ਦੇ ਉਹ ਮੁੱਖ ਸਲਾਹਕਾਰ ਨੇ। ਪਹਿਲਾਂ ਨਰੇਗਾ ਅਤੇ ਹੁਣ ਮਗਨਰੇਗਾ ਜਥੇਬੰਦੀ ਦੇ ਵੀ ਸਲਾਹਕਾਰ ਨੇ ਔਰ ਬੌਧਿਕ ਹਲਕਿਆਂ ਦੇ ਵਿੱਚ ਉਹਨਾਂ ਦੀ ਪਛਾਣ ਇੱਕ ਵਿਚਾਰਵਾਨ ਅਤੇ ਇੱਕ ਚਿੰਤਕ ਵਜੋਂ ਹੈ ਔਰ ਉਹਨਾਂ ਦੇ ਇਸ ਆਰਟੀਕਲ ਨੇ ਇਹ ਮੁੱਦੇ ਨੂੰ ਹੋਰ ਵੀ ਸਿਧਾਂਤਕ ਪੱਖ ਤੋਂ ਉਘਾੜ ਕੇ ਪੇਸ਼ ਕੀਤਾ, ਤੁਹਾਡੇ ਨਾਲ ਸਾਂਝਾ ਕਰ ਰਿਹਾ। ਉਹਨਾਂ ਨੇ ਸਵਾਲ ਉਠਾਇਆ ਟ੍ਰੇਡ ਯੂਨੀਅਨ ਅਤੇ ਮਜ਼ਦੂਰਾਂ ਦਾ ਆਪਸੀ ਸੰਬੰਧ ਕੀ ਹੈ, ਕਿਉਂਕਿ ਮਜ਼ਦੂਰ ਤਾਂ ਕੋਈ ਵਪਾਰ ਨਹੀਂ ਕਰਦੇ ਅਤੇ ਫਿਰ ਟ੍ਰੇਡ ਦਾ ਮਤਲਬ ਤਾਂ ਵਪਾਰ ਜਾਂ ਵਪਾਰੀ ਤੋਂ ਹੁੰਦਾ ਨਾ, ਅਤੇ ਜੇ ਮਜ਼ਦੂਰ ਵਪਾਰ ਨਹੀਂ ਕਰਦੇ, ਵਪਾਰੀ ਨਹੀਂ, ਫਿਰ ਟ੍ਰੇਡ ਯੂਨੀਅਨ ਦਾ ਉਹਨਾਂ ਨਾਲ ਕੀ ਰਿਲੇਸ਼ਨਸ਼ਿਪ ਹੈ। ਇਹ ਸਾਰੇ ਕਾਸੇ ਨੂੰ ਸਮੇਟਦਾ ਅਤੇ ਇਹਨਾਂ ਸਵਾਲਾਂ ਨੂੰ ਜਵਾਬ ਦੇਣ ਦਾ ਇੱਕ ਯਤਨ
ਟ੍ਰੇਡ ਯੂਨੀਅਨ ਇਸ ਦਾ ਮਜ਼ਦੂਰਾਂ ਨਾਲ ਕੀ ਸੰਬੰਧ ਹੈ, ਇਹ ਆਰਟੀਕਲ ਦਿੰਦਾ। ਮਜ਼ਦੂਰ ਕਾਸਤ ਦਾ ਟ੍ਰੇਡ ਵਪਾਰ ਕਰਦੇ ਹਨ। ਸਵਾਲਾਂ ਦਾ ਸਵਾਲ ਅਤੇ ਮੁਸ਼ਕਲਾਂ ਦਾ ਹੱਲ, ਜਵਾਬ ਦਾ ਜਵਾਬ ਵੀ ਇਸੇ ਵਿੱਚ ਹੈ। ਮਜ਼ਦੂਰ ਵਪਾਰ ਕਰਦੇ ਹਨ, ਉਹ ਵੀ ਆਪਣੀ ਮਾਲਕੀ ਵਾਲੇ ਜਿਨਸ ਦਾ ਵਾਜਬ ਮੁੱਲ ਚਾਹੁੰਦੇ ਹਨ। ਇਸ ਲਈ ਯੂਨੀਅਨ ਬਣਾਈ ਜਾਂਦੀ ਹੈ। ਮਜ਼ਦੂਰ ਮਜ਼ਦੂਰੀ ਨਾਲ ਸੰਬੰਧਿਤ ਸ਼ਬਦ ਹੈ। ਮਜ਼ਦੂਰੀ ਦਾ ਭੁਗਤਾਨ ਉਜਰਤ ਵਿੱਚ ਹੁੰਦਾ ਹੈ। ਸਭ ਕਿਰਤੀਆਂ ਨੂੰ ਮਜ਼ਦੂਰ ਨਹੀਂ ਸੱਦਿਆ ਜਾਂਦਾ, ਬਸ ਉਜਰਤੀ ਮਜ਼ਦੂਰ ਹੀ ਸਹੀ ਅਰਥਾਂ ਵਿੱਚ ਮਜ਼ਦੂਰ ਹੈ। ਮਜ਼ਦੂਰ ਉਜਰਤ ਬਦਲੇ ਕੀ ਦਿੰਦਾ ਹੈ? ਕਿਰਤ ਸ਼ਕਤੀ। ਇਹ ਅਮੂਰਤ ਹੈ। ਨਿਸ਼ਚਿਤ ਸਮੇਂ ਲਈ ਉਹ ਆਪਣੀ ਕਿਰਤ ਸ਼ਕਤੀ ਦੀ ਵਰਤੋਂ ਕਰਨ ਦਾ ਮਾਲਕ ਨੂੰ ਅਧਿਕਾਰ ਦਿੰਦਾ ਹੈ। ਮੋੜਵੇਂ ਅਰਥਾਂ ਵਿੱਚ ਮਾਲਕ ਉਜਰਤ ਬਦਲੇ ਨਿਸ਼ਚਿਤ ਸਮੇਂ ਲਈ ਉਸਦੀ ਕਿਰਤ ਸ਼ਕਤੀ ਦੀ ਵਰਤੋਂ ਵਟਾਉਂਦਾ ਹੈ। ਕਿਰਤ ਸ਼ਕਤੀ ਇੱਕ ਖਾਸ ਜਿਨਸ ਹੈ ਜੋ ਆਪਣੇ ਵਟਾਂਦਰੇ ਮੁੱਲ ਤੋਂ ਵਧੇਰੇ ਮੁੱਲ ਦੀ ਸਿਰਜਣਾ ਕਰਦੀ ਹੈ। ਇਸ ਲੁੱਟ ਨੂੰ ਮਨੁੱਖ ਹੱਥੋਂ ਲੁੱਟ ਕਿਹਾ ਜਾਂਦਾ ਹੈ। ਕਿਰਤ ਸ਼ਕਤੀ ਜਿਨਸਾਂ ਦੀ ਬੁਨਿਆਦੀ ਜਿਨਸ ਹੈ। ਇਹ ਮੁੱਲ ਸਿਰਜਕ ਹੈ। ਸਭ ਜਿਨਸਾਂ ਵਿੱਚ ਇਹ ਮੌਜੂਦ ਹੈ। ਜਿਨਸਾਂ ਦਾ ਮੁੱਲ ਇਸੇ ਖਾਸੇ ਜਿਨਸ ਨਾਲ ਤੈਅ ਹੁੰਦੇ ਹਨ। ਮਿਣਤੀ ਮਿਆਰ ਮਾਪਣ ਵਿੱਚ ਇਹ ਕਿਰਤ ਸ਼ਕਤੀ ਦੀ ਵਰਤੋਂ ਦਾ ਸਮਾਂ ਕਿਰਤ ਬਰਾਬਰ ਸਮਾਂ ਹੀ ਆਧਾਰ ਬਣਦਾ ਹੈ। ਮਜ਼ਦੂਰ ਆਪਣੀ ਕਿਰਤ ਸ਼ਕਤੀ ਦਾ ਵਟਾਂਦਰਾ ਮੁੱਲ ਵਧਾਉਣ ਲਈ ਇਕੱਠ ਯੂਨੀਅਨ ਬਣਾ ਕੇ ਕਰਦੇ ਹਨ। ਇਸ ਦਾ ਵਿਸ਼ਾ ਕਿਰਤ ਦਿਨ ਹੁੰਦਾ ਹੈ, ਕਿਉਂਕਿ ਕਿਰਤ ਸਮੇਂ ਵਿੱਚ ਨੇਪਰੇ ਚੜ੍ਹਦੀ ਹੈ। ਇਹ ਕਿਰਤ ਦਿਨ ਦਿਹਾੜੀ ਸਮੇਂ ਨਾਲ ਸੰਬੰਧਿਤ ਹੈ। ਕਿਰਤ ਦਿਨ ਦੀ ਉਜਰਤ ਤੈਅ ਹੁੰਦੀ ਹੈ। ਕਿਰਤ ਦਿਨ ਲੰਮਾ ਕਰਨ ਨਾਲ ਮਾਲਕ ਦਾ ਮੁਨਾਫਾ ਵੱਧਦਾ ਹੈ ਅਤੇ ਮਜ਼ਦੂਰ ਦੀ ਕਿਰਤ ਸ਼ਕਤੀ ਦਾ ਮੁੱਲ ਘਟਦਾ ਹੈ। ਹੁਣ ਭਾਰਤ ਵਿੱਚ ਕਿਰਤ ਦਿਨ 8 ਘੰਟੇ ਤੋਂ 12 ਘੰਟੇ ਕਰਨ ਨਾਲ ਮਾਲਕਾਂ ਦੇ ਮੁਨਾਫੇ ਵਿੱਚ 33% ਵਾਧਾ ਹੋ ਜਾਣਾ ਹੈ। 8 ਘੰਟੇ ਦੀ ਕਾਨੂੰਨੀ ਸੀਮਾ ਨਾਲ 24 ਘੰਟੇ 8 ਬਰਾਬਰ 3 ਮਜ਼ਦੂਰਾਂ ਵਿੱਚ 3 ਸ਼ਿਫਟਾਂ ਵਿੱਚ 12 ਘੰਟੇ ਦੀ ਕਾਨੂੰਨੀ ਸੀਮਾ ਹੋ ਜਾਣ ਨਾਲ ਦਿਨ ਭਰ ਲਈ 24/12 ਮਜ਼ਦੂਰ 2 ਸ਼ਿਫਟਾਂ 2 ਮਜ਼ਦੂਰ ਰਹਿ ਜਾਣਗੇ। ਤਿੰਨਾਂ ਵਿੱਚੋਂ 2 ਮਜ਼ਦੂਰ ਕੰਮ 'ਤੇ ਹੋਣਗੇ। ਇਸ ਤੇ ਇੱਕ ਕੰਮ ਤੋਂ ਬਾਹਰ ਹੋ ਜਾਵੇਗਾ, ਭਾਵ 33% ਮਜ਼ਦੂਰ ਕੰਮ ਗਵਾਉਣਗੇ। ਜੋ ਕੰਮ 'ਤੇ ਹੋਣਗੇ 33% ਕੰਮ ਦਾ ਬੋਝ ਵਧੇਰੇ ਉਹਨਾਂ 'ਤੇ ਪਏਗਾ। ਪਹਿਲਾਂ ਚੱਲਦੀ ਬੇਰੁਜ਼ਗਾਰੀ ਵਿੱਚ 33% ਬੇਰੁਜ਼ਗਾਰ ਹੋਰ ਜੁੜ ਜਾਣਗੇ। ਲੁੱਟ ਦੇ ਇਸ ਰੂਪ ਨੂੰ ਨਿਰੋਲ ਵਾਧੂ ਮੁੱਲ ਹੜੱਪਣਾ ਕਿਹਾ ਜਾਂਦਾ ਹੈ। ਦੂਜੇ ਪਾਸੇ ਜੇ ਕਿਰਤ ਦਿਨ 8 ਘੰਟੇ ਤੋਂ ਘਟਾ ਕੇ ਕਾਨੂੰਨੀ ਸਮਾਂ 6 ਘੰਟੇ ਹੋਵੇ ਤਾਂ ਕਿਰਤ ਦਿਨ ਨੂੰ 25% ਘੱਟ ਕਰ ਦੇਣਾ ਹੋਵੇਗਾ, ਜਿਸ ਨਾਲ 24 ਘੰਟੇ ਦੇ ਦਿਨ ਵਿੱਚ ਹੁਣ 3 ਦੀ ਬਜਾਏ 4 ਸ਼ਿਫਟਾਂ ਹੋਣਗੀਆਂ। ਕਿਰਤ ਦਿਨ ਦੀ ਕਾਨੂੰਨੀ ਸੀਮਾ 25% ਘਟਾਉਣ ਦੇ ਨਵੇਂ ਕਿਰਤ ਦਿਨ ਵੱਧਦੀ ਮਾਤਰਾ ਵਿੱਚ ਵੱਧਦੇ ਹਨ। ਇਹ 33% ਵਧਣਗੇ। ਉਦਾਹਰਨ ਵਜੋਂ ਮੰਨ ਲਵੋ ਕੁੱਲ ਕੰਮ 800 ਘੰਟੇ ਹੈ। ਇਹਨੂੰ ਅਸੀਂ ਕਰੋੜ ਵਿੱਚ ਵੀ ਲਿਖ ਸਕਦੇ ਹਾਂ, ਸਮਝ ਸਕਦੇ ਹਾਂ। 8 ਘੰਟੇ ਦੀ ਕੰਮ ਦਿਹਾੜੀ ਨਾਲ 100 ਮਜ਼ਦੂਰਾਂ ਨੂੰ ਕੰਮ ਮਿਲਦਾ ਹੈ। 8/800। ਜੇ ਇਸੇ 800 ਘੰਟੇ ਨੂੰ ਕੰਮ ਦਿਨ ਦੀ ਕਾਨੂੰਨੀ ਸੀਮਾ 6 ਘੰਟੇ ਨਾਲ ਕਰਾਂਗੇ ਤਾਂ 133 ਮਜ਼ਦੂਰਾਂ ਦੀ ਜ਼ਰੂਰਤ ਹੋਵੇਗੀ ਔਰ 33% ਇਸ ਨਾਲ ਕਿਰਤ ਦਿਨ ਦਾ ਵਾਧਾ ਹੋਵੇਗਾ। ਨਵੇਂ ਰੁਜ਼ਗਾਰ ਪੈਦਾ ਹੋਣਗੇ। ਮੁੱਖ ਰੂਪ ਵਿੱਚ ਕਿਰਤ ਦਿਨ ਦਾ ਮੁੱਲ ਵਧਾਉਣ ਲਈ ਮਜ਼ਦੂਰ ਨੂੰ ਟ੍ਰੇਡ ਯੂਨੀਅਨ ਦੀ ਲੋੜ ਪੈਂਦੀ ਹੈ। ਕਿਰਤ ਦਿਨ ਦਾ ਮੁੱਲ ਵਧਾਉਣ ਦੀ ਇਹ ਪ੍ਰਕਿਰਿਆ ਸਾਪੇਖ ਰੂਪ ਵਿੱਚ ਹੁੰਦੀ ਹੈ, ਰਿਲੇਟਿਵ ਰੂਪ 'ਚ ਹੁੰਦੀ ਹੈ। ਇਹ ਜ਼ਰੂਰੀ ਕਿਰਤ ਸਮਾਂ ਵਾਧੂ ਕਿਰਤ ਸਮਾਂ ਵਿੱਚ ਮਜ਼ਦੂਰ ਨੂੰ ਮਿਲਦੀ ਜ਼ਰੂਰੀ ਕਿਰਤ ਸਮੇਂ ਦੀ ਉਜਰਤ ਦਾ ਸਮਾਂ ਵੱਡਾ ਕਾਰਨ ਨਾਲ ਸੰਬੰਧਿਤ ਹੈ। ਇਹ ਅਨੁਪਾਤ ਤਾਂ ਹੀ ਵੱਡਾ ਹੁੰਦਾ ਹੈ ਜੇ ਕੁੱਲ ਕਿਰਤ ਦਾ ਦਿਨ ਛੋਟਾ ਹੋਵੇ। ਇਸ ਲਈ ਮਾਰਕਸ ਮਜ਼ਦੂਰ ਜਮਾਤ ਨੂੰ ਮੁਕਤੀ ਲਈ ਛੁਟੇਰੀ ਕੰਮ ਦਿਹਾੜੀ ਦਾ ਰੂਹਾਨੀ ਹਥਿਆਰ
ਪ੍ਰੋਵਾਈਡਸ ਸਪਿਰਚੁਅਲ ਵੈਪਨ ਦਿੰਦਾ ਹੈ। ਜੇ ਯੂਨੀਅਨ ਇਹ ਕੰਮ ਨਹੀਂ ਕਰਦੀ ਤਾਂ ਫਿਰ ਉਹ ਸਹੀ ਅਰਥਾਂ ਵਿੱਚ ਟ੍ਰੇਡ ਯੂਨੀਅਨ ਅਖਵਾਉਣ ਦਾ ਹੱਕ ਹੀ ਗਵਾ ਲੈਂਦੀ ਹੈ। ਕਿਰਤੀ ਅਤੇ ਮਜ਼ਦੂਰ ਵਿੱਚ ਵੀ ਅੰਤਰ ਹੈ। ਕਿਰਤੀ ਉਤਪਾਦਕ ਕੰਮ ਕਰਨ ਨਾਲ ਸੰਬੰਧਿਤ ਹੈ, ਇਸ ਵਿੱਚ ਸਵੈ ਰੁਜ਼ਗਾਰ ਵੀ ਸ਼ਾਮਲ ਹੈ, ਅਤੇ ਮਜ਼ਦੂਰ ਦੇ ਭਾੜੇ ਦੇ ਕੰਮ ਉਜਰਤ ਲੈ ਕੇ ਕੰਮ ਕੀਤੇ ਉਜਰਤ ਨਾਲ ਸੰਬੰਧਿਤ ਹੁੰਦਾ ਹੈ। ਮਜ਼ਦੂਰ ਨੂੰ ਤਰਸ ਦਾ ਪਾਤਰ ਬੇਚਾਰਾ ਲਾਚਾਰ ਬਣਾ ਕੇ ਪੇਸ਼ ਕਰਨ ਵਿੱਚ ਇੱਕ ਸ਼ੈਤਾਨੀ ਘੁੰਮਦੀ ਰਹਿੰਦੀ ਹੈ। ਮਜ਼ਦੂਰ ਮੁਹਤਾਜ ਨਹੀਂ, ਦਲੇਰ ਸਿਰਜਕ ਹੈ। ਮਜ਼ਦੂਰ ਨੇ ਇੱਕ ਵਾਰ ਫਿਰ ਆਪਣੀ ਹੋਂਦ ਅਤੇ ਮਹੱਤਵ ਨੂੰ ਏਜੰਡੇ 'ਤੇ ਲੈ ਆਂਦਾ ਹੈ। ਸ਼ੈਤਾਨ ਤੇ ਸ਼ੈਤਾਨੀ ਹਾਰੇ, ਸ਼ਾਲਾ ਇਹ ਜਾਗੇ ਜਥੇਬੰਦ ਹੋਵੇ, ਮਗਰ ਮੱਛ ਦੇ ਹੰਝੂ ਬਹੁਤ ਦੇਰ ਰਾਹ ਰੋਕ ਨਹੀਂ ਸਕਦੇ। ਜਗਰੂਪ ਹੋਰਾਂ ਦਾ ਇਹ ਆਰਟੀਕਲ ਉਹਨਾਂ ਦੀ ਲਗਾਤਾਰ ਸੋਚ ਤੇ ਟ੍ਰੇਡ ਯੂਨੀਅਨ ਦੀ ਸਮਝ ਦਾ ਅੱਗੇ ਵਧਾਉਂਦਾ ਹੈ, ਔਰ ਦੂਜੇ ਸ਼ਬਦਾਂ ਦੇ ਵਿੱਚ ਇਹ ਆਪਣੇ ਆਪ ਦੇ ਵਿੱਚ ਸਵੈ ਮੁਲਾਂਕਣ ਕਰਨ ਦੀ ਵੀ ਪ੍ਰੇਰਨਾ ਦਿੰਦਾ। ਸਵੈ ਮੁਲਾਂਕਣ ਇਸ ਰੂਪ 'ਚ ਕਿ ਇਸ ਮੰਗ ਨੂੰ ਸਾਕਾਰ ਕਰਨ ਲਈ ਟ੍ਰੇਡ ਯੂਨੀਅਨਾਂ ਅਸਲ ਦੇ ਵਿੱਚ ਤੇ ਅਮਲ ਦੇ ਵਿੱਚ ਕੀ ਕਰ ਰਹੀਆਂ ਨੇ। ਕੀ ਇਹ ਉਹਨਾਂ ਦੇ ਏਜੰਡੇ ਵਿੱਚ ਹੈ? ਜੇ ਏਜੰਡੇ ਵਿੱਚ ਹੈ ਤਾਂ ਫਿਰ ਇਸ ਏਜੰਡੇ ਨੂੰ ਸਾਕਾਰ ਕਰਨ ਲਈ ਉਹਨਾਂ ਕੋਲ ਰਣਨੀਤੀ ਕੀ ਹੈ? ਹੁਣ ਜਦੋਂ ਕਰੋਨਾ ਟ੍ਰੈਜਡੀ ਕਰਕੇ ਮੁਲਕ ਦੀ ਆਰਥਿਕਤਾ ਦਾ ਸਲੋ ਡਾਊਨ ਹੋਰ ਤੇਜ਼ ਹੋਇਆ ਤਾਂ ਕਾਰਪੋਰੇਟ ਘਰਾਣਿਆਂ ਦੀਆਂ ਨੁਮਾਇੰਦਾ ਸੰਗਠਨਾਂ ਜਥੇਬੰਦੀਆਂ ਨੇ ਕੇਂਦਰ ਸਰਕਾਰ ਉੱਤੇ ਸੰਗਠਨ ਰੂਪ ਦੇ ਵਿੱਚ ਦਬਾਅ ਵਧਾਇਆ ਕਿ ਇੱਕ ਤਾਂ ਉਹਨਾਂ ਨੂੰ ਇਸ ਸੰਕਟ ਵਿੱਚੋਂ ਨਿਕਲਣ ਲਈ, ਮੁਲਕ ਦੀ ਆਰਥਿਕਤਾ ਨੂੰ ਮੁੜ ਖੜੇ ਪੈਰੀ ਕਰਨ ਲਈ, ਸਲੋ ਡਾਊਨ ਦੇ ਪ੍ਰਵਾਹ ਨੂੰ ਰੋਕਣ ਲਈ ਵਿਸ਼ਾਲ ਪੱਧਰ ਉੱਤੇ ਬੇਲ ਆਊਟ ਦਿੱਤੇ ਜਾਣ। 15 ਤੋਂ 16 ਲੱਖ ਕਰੋੜ ਦਾ ਉਹਨਾਂ ਨੇ ਬੇਲ ਆਊਟ ਮੰਗਿਆ, ਔਰ 20 ਲੱਖ ਕਰੋੜ ਦਾ ਬੇਲ ਆਊਟ ਕੇਂਦਰ ਸਰਕਾਰ ਨੇ ਐਲਾਨਿਆ, ਜਿਹਦੀ ਵਿਆਖਿਆ 5 ਦਿਨ ਲਗਾਤਾਰ ਮੁਲਕ ਦੀ ਵਿੱਤ ਮੰਤਰੀ ਨਿਰਮਲ ਸੀਤਾਰਮਨ ਹੋਰੀ ਕਰਦੇ ਰਹੇ। ਔਰ ਇਹ ਬੇਲ ਆਊਟ ਨਗਦੀ ਦੇ ਰੂਪ ਦੇ ਵਿੱਚ, ਰਹਿਤਾਂ ਦੇ ਰੂਪ ਦੇ ਵਿੱਚ ਕਰਨ ਦੇ ਨਾਲ ਨਾਲ ਉਹਨਾਂ ਦੀ ਇੱਕ ਹੋਰ ਬੜੀ ਮਹੱਤਵਪੂਰਨ ਮੰਗ ਸੀ, ਔਰ ਇਹ ਮਹੱਤਵਪੂਰਨ ਮੰਗ ਮਜ਼ਦੂਰਾਂ ਦੀ ਕੰਮ ਦਿਹਾੜੀ ਨੂੰ ਵਧਾਉਣ ਦੀ, ਔਰ ਜੋ ਥੋੜ੍ਹੇ ਬਹੁਤੇ ਕਿਰਤ ਕਾਨੂੰਨ ਦੇ ਰੂਪ 'ਚ ਉਹਨਾਂ ਨੂੰ ਸੁਰੱਖਿਆ ਛਤਰੀ ਮਿਲੀ ਹੋਈ ਹੈ, ਉਹਨੂੰ ਲਿਬਰਲ ਕਰਨ ਦੀ ਸੀ। ਕੇਂਦਰ ਸਰਕਾਰ ਨੇ ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਰਾਜਸਥਾਨ, ਹਰਿਆਣਾ, ਸਾਡਾ ਪੰਜਾਬ ਤੇ ਕੁਝ ਹੋਰ ਸੂਬਿਆਂ ਨੇ ਇਹ ਕਹਿ ਕੇ ਕਿ ਕਰੋਨਾ ਸੰਕਟ ਕਰਕੇ ਲਾਕਡਾਊਨ ਦੇ ਜੋ ਪੈਰਾਮੀਟਰ ਮਿਥੇ ਗਏ ਨੇ ਉਹਨਾਂ ਵਿੱਚ ਦੇਹ ਦੂਰੀ ਜ਼ਰੂਰੀ ਹੈ, ਇਸ ਕਰਕੇ ਪੈਦਾਵਾਰ ਨੂੰ ਸਮੂਥ ਢੰਗ ਨਾਲ ਚਲਾਉਣ ਲਈ ਘੱਟ ਮਜ਼ਦੂਰਾਂ ਤੋਂ ਵੱਧ ਕੰਮ ਲੈ ਕੇ ਜਿਹੜੀ ਪ੍ਰੋਡਕਸ਼ਨ ਹੈ, ਪੈਦਾਵਾਰ ਹੈ, ਉਹਦਾ ਘਾਟਾ ਪੂਰਾ ਕਰਨ ਵਾਸਤੇ 8 ਤੋਂ 12 ਘੰਟੇ ਕੰਮ ਦਿਹਾੜੀ ਕੀਤੀ ਗਈ। ਬਹੁਤ ਸਾਰੇ ਕਾਨੂੰਨ ਜਾਂ ਤਾਂ ਖਤਮ ਕਰ ਦਿੱਤੇ ਗਏ ਜਾਂ ਉਹ ਬੇਮਾਨਾ ਕਰ ਦਿੱਤੇ ਗਏ, ਔਰ ਇਸੇ ਸੰਦਰਭ ਦੇ ਵਿੱਚ ਏਟਕ, ਇੰਟਕ, ਸੀਟੂ ਸਮੇਤ ਮੁਲਕ ਦੀਆਂ 10 ਪ੍ਰਮੁੱਖ ਟ੍ਰੇਡ ਯੂਨੀਅਨਾਂ ਵੱਲੋਂ ਸਾਂਝੇ ਪਲੇਟਫਾਰਮ 'ਤੇ ਇੱਕ ਫੈਸਲਾ ਕਰਕੇ ਨਾਲ ਆਜ਼ਾਦ ਜਥੇਬੰਦੀਆਂ ਸੰਗਠਨਾਂ ਨੂੰ ਲੈ ਕੇ ਇਸੇ ਮਹੀਨੇ ਦੀ 22 ਤਰੀਕ ਨੂੰ ਮੁਲਕ ਭਰ ਦੇ ਵਿੱਚ ਰੋਸ ਦਿਹਾੜਾ ਮਨਾਇਆ ਗਿਆ, ਔਰ ਜਿਹੜੀਆਂ ਮੰਗਾਂ ਇਸ ਰੋਸ ਦਿਹਾੜੇ ਵਿੱਚ ਉਠਾਈਆਂ ਗਈਆਂ ਉਹਨਾਂ ਵਿੱਚੋਂ ਇੱਕ ਪ੍ਰਮੁੱਖ ਮੰਗ ਇਹ ਵੀ ਸੀ ਕਿ 8 ਘੰਟੇ ਤੋਂ 12 ਘੰਟੇ ਵਾਲਾ ਫੈਸਲਾ ਵਾਪਸ ਲਿਆ ਜਾਵੇ। ਔਰ ਇਸ ਸੰਦਰਭ ਦੇ ਵਿੱਚ ਇਹਨਾਂ ਜਥੇਬੰਦੀਆਂ ਦੇ ਪਲੇਟਫਾਰਮ ਨੇ ਕੌਮਾਂਤਰੀ ਪੱਧਰ 'ਤੇ ILO ਸੰਗਠਨ ਨੂੰ ਵੀ ਆਪਣੀ ਨੁਮਾਇੰਦਗੀ ਪੱਤਰ ਭੇਜ ਕੇ ਲੋੜੀਂਦੀ ਇੰਟਰਵੈਂਸ਼ਨ ਕਰਨ ਦੀ ਬੇਨਤੀ ਕੀਤੀ ਗਈ, ਔਰ
ILO ਨੇ ਪ੍ਰਧਾਨ ਮੰਤਰੀ ਸਮੇਤ ਹੋਰ ਸੰਬੰਧਿਤ ਨੂੰ ਇੱਕ ਪੱਤਰ ਵੀ ਲਿਖ ਕੇ ਇਹਨਾਂ ਕਾਨੂੰਨਾਂ ਨੂੰ ਲਿਬਰਲ ਕਰਨ ਪ੍ਰਤੀ ਆਪਣੀ ਨਾਰਾਜ਼ਗੀ ਵੀ ਜਤਾਈ ਹੈ। ਔਰ ਇਹਨਾਂ ਸਾਰੇ ਕੁਛ ਦਾ ਜਮ੍ਹਾਂ ਜੋੜ ਇਹ ਹੈ ਕਿ ਕੁਝ ਸੂਬਿਆਂ ਨੇ ਆਪਣਾ ਫੈਸਲਾ ਵਾਪਸ ਲੈ ਲਿਆ, ਪਰ ਇਹ ਫੈਸਲਾ ਵਾਪਸ ਲੈ ਲਿਆ ਟ੍ਰੇਡ ਯੂਨੀਅਨਾਂ ਨੇ ਏਟਕ ਸਮੇਤ ਕੁਝ ਨੇ ਸਵਾਗਤ ਕੀਤਾ, ਇਹਨੂੰ ਹਾਂ ਪੱਖੀ ਮੰਨਿਆ। ਪਰ ਸਵਾਲ ਇੱਥੇ ਇਹ ਪੈਦਾ ਹੁੰਦਾ ਕਿ ਸਵਾਗਤ ਕਰਨ ਨਾਲ ਹੀ ਸਾਡੀ ਮੰਗ ਪੂਰੀ ਹੋ ਗਈ ਹੈ, ਜਾਂ ਅਸੀਂ 8 ਤੋਂ 6 ਘੰਟੇ ਕੰਮ ਦਿਹਾੜੀ ਕਰਨ ਵਾਸਤੇ ਘੋਲ ਨੂੰ ਅੱਗੇ ਵੀ ਵਧਾਉਣਾ ਹੈ। ਬੜੇ ਅਹਿਮ ਸਵਾਲ ਨੇ। ਸਵਾਲ ਮਜ਼ਦੂਰ ਜਮਾਤ ਵਾਸਤੇ ਵੀ ਅਹਿਮੀਅਤ ਵਾਲੇ ਨੇ ਅਤੇ ਕਾਰਪੋਰੇਟ ਸੈਕਟਰ ਵਾਸਤੇ ਵੀ ਅਹਿਮੀਅਤ ਵਾਲੇ ਨੇ। ਹੁਣ ਦੋਨਾਂ ਦੇ ਵਿੱਚ ਜਿਹੜਾ ਇੱਕ ਸੰਘਰਸ਼ ਹੈ, ਕਨਫਲਿਕਟ ਹੈ, ਟ੍ਰੈਡੀਸ਼ਨਲ ਕਨਫਲਿਕਟ ਹੈ, ਉਹਨੇ ਨਵੇਂ ਦੌਰ ਵਿੱਚ ਦਾਖਲ ਹੋਣਾ ਹੈ। ਔਰ ਇਹਦੇ ਦਾਖਲ ਹੋਣ ਦੇ ਵਿੱਚ ਜੋ ਦਵੰਦ ਸੰਘਰਸ਼ ਛਿੜਨਾ, ਉਹਦੇ ਪੈਰਾਮੀਟਰ ਆਪੋ ਆਪਣੇ ਹੋਣਗੇ, ਉਹਦੇ ਟੂਲ ਆਪੋ ਆਪਣੇ ਹੋਣਗੇ। ਔਰ ਕਾਰਪੋਰੇਟ ਸੈਕਟਰ ਨਾਲ ਜਿੱਥੇ ਉਹਨਾਂ ਦੇ ਨਾਲ ਸਰਮਾਇਆ ਪੈਸਾ ਹੈ, ਉੱਥੇ ਉਹਦੀ ਨੁਮਾਇੰਦਾ ਪੋਲੀਟੀਕਲ ਪਾਰਟੀਆਂ ਦਾ ਸੂਬਿਆਂ ਅਤੇ ਕੇਂਦਰ ਵਿੱਚ ਰਾਜ ਭਾਗ ਹੈ। ਮਜ਼ਦੂਰ ਜਮਾਤ ਕੋਲੇ, ਟ੍ਰੇਡ ਯੂਨੀਅਨ ਕੋਲੇ ਆਪਣਾ ਇੱਕ ਸੰਗਠਨ ਅਤੇ ਸਿਧਾਂਤਕ ਸੋਚ ਅਤੇ ਸੂਝ ਅਤੇ ਸੁਚੱਜੀ ਲੀਡਰਸ਼ਿਪ ਅਤੇ ਸੁਚੱਜੀ ਰਣਨੀਤੀ ਹੀ ਹਥਿਆਰ ਹੈ। ਔਰ ਕਿਹਾ ਜਾਂਦਾ ਕਿ ਇਹਦੇ ਵਿੱਚ 5 ਸੱਸੇ ਬੜੇ ਅਹਿਮ ਨੇ। ਹੁਣ ਆਉਣ ਵਾਲੇ ਸਮੇਂ ਵਿੱਚ ਇਹ ਦੇਖਾਂਗੇ, ਦੇਖਿਆ ਜਾਣਾ, ਪਰਖਿਆ ਜਾਣਾ ਕਿ ਟ੍ਰੇਡ ਯੂਨੀਅਨ ਇਸ ਹਕੀਕੀ ਮੰਗ ਨੂੰ, ਸਿਧਾਂਤਕ ਮੰਗ ਨੂੰ ਅੱਗੇ ਵਧਾਉਣ ਲਈ ਔਰ ਜੋ ਮਜ਼ਦੂਰ ਜਮਾਤ ਦੇ ਉੱਤੇ ਲਗਾਤਾਰ ਹਮਲੇ ਬੋਲੇ ਜਾ ਰਹੇ ਹੈ, ਉਹਨਾਂ ਨੂੰ ਰੋਕਣ ਲਈ ਕੀ ਕਰਦੀਆਂ ਨੇ। ਔਰ ਪਰਿਸਥਿਤੀਆਂ ਦਾ ਵਿਅੰਗ ਦੇਖੋ। ਰਾਜ ਭਾਗ ਭੋਗਦੀ ਇੱਕ ਰਾਜਨੀਤਿਕ ਪਾਰਟੀ ਕਾਂਗਰਸ ਪਾਰਟੀ ਨਾਲ ਸਮਰਥਿਤ ਮਜ਼ਦੂਰ ਸੰਗਠਨ ਇੰਟਕ ਇਹ ਸਾਂਝੇ ਪਲੇਟਫਾਰਮ ਵਿੱਚ ਸ਼ਾਮਲ ਹੈ। ਬਿਨਾਂ ਸ਼ੱਕ ਕੇਂਦਰ ਵਿੱਚ ਕਾਂਗਰਸ ਵਿਰੋਧੀ ਪਾਰਟੀ ਵਿੱਚ ਬੈਠੀ ਹੈ, ਪਰ ਪੰਜਾਬ ਦੇ ਵਿੱਚ ਹਾਕਮ ਪਾਰਟੀ ਹੈ, ਰਾਜਸਥਾਨ ਦੇ ਵਿੱਚ ਹਾਕਮ ਪਾਰਟੀ ਹੈ, ਇੱਕ ਹੋਰ ਸੂਬੇ ਵਿੱਚ ਹਾਕਮ ਪਾਰਟੀ ਹੈ, ਮਹਾਰਾਸ਼ਟਰ ਦੇ ਵਿੱਚ ਭਾਈਵਾਲ ਪਾਰਟੀ ਹੈ। ਔਰ ਜਦੋਂ ਉੱਥੋਂ ਦੀਆਂ ਸਰਕਾਰਾਂ ਹੀ ਮਜ਼ਦੂਰ ਜਮਾਤ ਦੇ ਵਿਰੁੱਧ ਫੈਸਲਾ ਲੈਂਦੀਆਂ ਨੇ, ਉਹਨਾਂ ਦੀ ਸੁਰੱਖਿਆ ਛਤਰੀ ਖੋਹਦੀਆਂ ਨੇ, ਔਰ ਇਹਦੇ ਵਿੱਚ 8 ਤੋਂ 12 ਘੰਟੇ ਉਹਨਾਂ ਨੇ ਵੀ ਕੀਤੇ ਨੇ, ਉਹ ਹੁਣ ਇਹਦਾ ਕੀ ਪੈਂਤੜਾ ਅਪਣਾਉਣਗੀਆਂ। ਔਰ ਇਹ ਸ਼ਾਇਦ ਇਸ ਪੈਂਤੜੇ ਦਾ ਹੀ ਹਿੱਸਾ ਹੈ ਕਿ ਪਹਿਲ ਕਦਮੀ ਰਾਜਸਥਾਨ ਸਮੇਤ ਕਾਂਗਰਸ ਸਰਕਾਰ ਨੇ ਕੀਤੀ ਹੈ ਆਪਣਾ ਫੈਸਲਾ ਵਾਪਸ ਲੈਣ ਦੀ। ਦੂਜੇ ਪਾਸੇ ਸੱਤਾ ਵਿੱਚ ਭਾਈਵਾਲ, ਸੱਤਾ ਦੇ ਉੱਤੇ ਕਾਬਜ਼ ਭਾਰਤੀ ਜਨਤਾ ਪਾਰਟੀ ਅਤੇ ਰਾਸ਼ਟਰੀ ਸ਼੍ਰੋਮਿਕ ਸੇਵਕ ਸੰਘ RSS ਦੇ ਸਮਰਥਕ ਮਜ਼ਦੂਰ ਸੰਗਠਨ ਭਾਰਤੀ ਮਜ਼ਦੂਰ ਸੰਘ, ਹਾਲਾਂਕਿ ਉਹ 22 ਤਰੀਕ ਦੇ ਮੁਲਕ ਵਿਆਪੀ ਰੋਸ ਪ੍ਰਦਰਸ਼ਨ ਵਿੱਚ ਸ਼ਾਮਲ ਨਹੀਂ ਸੀ, ਪਰ ਉਹਨੇ ਇੱਕ ਵੱਖਰੀ ਸਟੇਟਮੈਂਟ ਜਾਰੀ ਕਰਕੇ ਕੇਂਦਰ ਸਰਕਾਰ ਦੇ ਕੁਝ ਫੈਸਲਿਆਂ ਨੂੰ ਇਹ ਕਹਿ ਕੇ ਨਾਉਚਿਤ ਕਰਾਰ ਦਿੱਤਾ ਕਿ ਕੇਂਦਰ ਸਰਕਾਰ ਪੈਦਾ ਹੋਈ ਸਥਿਤੀ ਦਾ ਅਣਉਚਿਤ ਲਾਹਾ ਲੈ ਕੇ ਮਜ਼ਦੂਰਾਂ ਦੇ ਹੱਕਾਂ ਨੂੰ ਛੁਟਿਆ ਰਹੀ ਹੈ। ਔਰ ਯਕੀਨਨ ਤੌਰ ਦੇ ਉੱਤੇ ਭਾਜਪਾ ਵਾਸਤੇ ਇਹ ਪਰੇਸ਼ਾਨੀ ਪੈਦਾ ਕਰਨ ਵਾਲਾ ਅਤੇ ਭਾਜਪਾ ਦੀਆਂ ਸਰਕਾਰਾਂ ਵਾਸਤੇ ਆਲੋਚਨਾ ਖੜੀ ਕਰਨ ਵਾਲਾ ਇੱਕ ਸਟੇਟਮੈਂਟ ਸੀ, ਬਿਆਨ ਸੀ। ਦੂਜੇ ਪਾਸੇ ਨੂੰ ਇੰਜ ਵੀ ਵੇਖਿਆ ਜਾਂਦਾ ਕਿ ਇਹ ਮਜ਼ਦੂਰਾਂ ਦੇ ਵਿੱਚ BMS ਨੇ ਆਪਣੀ ਸਾਖ ਬਚਾਉਣ ਦਾ ਵੀ ਯਤਨ ਸੀ। ਇਹ ਸਾਰੇ ਉਲੇਖ ਦਾ ਮਕਸਦ ਇਹ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ
ਮਜ਼ਦੂਰਾਂ ਦੀ ਤੇ ਕਾਰਪੋਰੇਟ ਸੈਕਟਰ ਦੇ ਵਿੱਚ ਹੱਕ ਬਚਾਉਣ ਤੇ ਹੱਕ ਖੋਹਣ ਦੀ ਲੜਾਈ ਹੋਰ ਤਿੱਖੀ ਹੋਣੀ ਹੈ। ਔਰ ਇਹਦੇ ਵਿੱਚ ਨਾ ਤਿੱਖੀ ਹੋਣ ਦੇ ਨਾਲ ਨਾਲ ਇਹ ਲੜਾਈ ਦੇ ਵਿੱਚ ਇੱਕ ਪਰਖ ਵੀ ਹੋਣੀ ਹੈ ਕਿ ਅਸਲ ਦੇ ਵਿੱਚ ਮਜ਼ਦੂਰ ਸਮਰਥਕ ਕੌਣ ਹੈ ਤੇ ਮਜ਼ਦੂਰ ਸਮਰਥਕ ਦੇ ਭੇਖ ਦੇ ਵਿੱਚ ਮਜ਼ਦੂਰ ਵਿਰੋਧੀ ਕੌਣ ਹੈ। ਇਹ ਪਰਖ ਆਉਣ ਵਾਲੇ ਸਮੇਂ ਦੇ ਵਿੱਚ ਹੋਣੀ ਹੈ। ਯਕੀਨਨ ਤੌਰ ਦੇ ਉੱਤੇ ਇਹ ਜਿਹੜੀ ਪਰਖ ਹੈ ਇਹ ਘੋਲਾਂ ਦੇ ਵਿੱਚੋਂ ਹੀ ਹੋਣੀ ਹੈ। ਤੇ ਇਸ ਸਬੰਧ ਦੇ ਵਿੱਚ ਜਗਰੂਪ ਹੋਰਾਂ ਦਾ ਇਹ ਸਿਧਾਂਤਕ ਆਰਟੀਕਲ ਹੋਰ ਵੀ ਵੱਡੀ ਅਹਿਮੀਅਤ ਅਖਤਿਆਰ ਕਰ ਜਾਂਦਾ ਔਰ ਜੋ ਇਸ ਮੁੱਦੇ ਦੇ ਉੱਤੇ ਵਿਚਾਰ ਮੰਥਨ ਮਜ਼ਦੂਰਾਂ ਦੇ ਵਿਚਕਾਰ ਤੇ ਮਜ਼ਦੂਰਾਂ ਦੇ ਬਾਹਰ ਹੋਣਾ ਹੈ, ਉਹਦੇ ਵਿੱਚ ਇਹਦੀ ਅਹਿਮੀਅਤ ਕਾਫੀ ਹੈ। ਔਰ ਇਹ ਅਹਿਮੀਅਤ ਦਿਨੋਂ ਦਿਨ ਹੋਰ ਵਧਣੀ ਹੈ। ਆਸ ਕਰਦੇ ਹਾਂ ਕਿ ਅੱਜ ਦਾ ਇਹ ਸੈਗਮੈਂਟ ਤੁਹਾਨੂੰ ਪਸੰਦ ਆਵੇਗਾ, ਤੁਹਾਡੇ ਵੀ ਕੁਝ ਨੁਕਤੇ ਹੋਣਗੇ ਔਰ ਜੇ ਹਨ ਤਾਂ ਕਮੈਂਟ ਵਿੱਚ ਜਾ ਕੇ ਸਾਂਝੇ ਕਰਿਓ। ਵਟਸਐਪ ਉੱਤੇ ਵੀ ਤੁਸੀਂ ਸਾਂਝੇ ਕਰ ਸਕਦੇ ਹੋ 9501300848 ਨੰਬਰ ਉੱਤੇ। ਇਜਾਜ਼ਤ ਚਾਹੁੰਦਾ, ਆਗਿਆ ਦੇਵੋ। ਕਿਸੇ ਹੋਰ ਮੁੱਦੇ ਨਾਲ ਕੱਲ੍ਹ ਫੇਰ ਤੁਹਾਡੇ ਰੂਬਰੂ ਹੋਵਾਂਗਾ। ਆਪਣਾ ਖਿਆਲ ਰੱਖਿਓ, ਆਪਣੇ ਪਰਿਵਾਰਾਂ ਦਾ ਖਿਆਲ ਰੱਖਿਓ, ਸਮਾਜਿਕ ਸਾਂਝ ਬਣਾ ਕੇ ਰੱਖਿਓ, ਦੇਹ ਦੂਰੀ ਵਧਾ ਕੇ ਰੱਖਿਓ। ਜ਼ਿੰਦਗੀ ਜਿੰਦਾਬਾਦ। ਧੰਨਵਾਦ।